है जी सब दोस्तों का। उम्मीद करता हूँ सारे ठीक ठाक होंगे जी। हंटर एंड एक्सप्लोरर की तरफ से सब दोस्तों को अस्सलाम वालेकुम जी। ज़हीर भाई आज मेरे साथ हैं। आज हम जनाब ज़हीर भाई के जो उस्ताद मोहतरम है हंटिंग के, उनसे मिलने जा रहे हैं सिटी में। तो ज़हीर भाई बताएंगे कुछ। जी सब दोस्तों जी मेरी तरफों सलाम। अज जी मेरे बड़े प्यारे उस्ताद मोहतरम अज उन्होंने जोड़ा ना हंटिंग के रिलेटेड कोई गल्लां बातां होणगियां, उन्हों का एक्सपीरियंस शेयर करांगे तुहाडे नाल। ते तुहानू वीडियो अच्छी लगी तो लाजमी दस्सिओ। अज असीं एक कावश कर रहे हैं। सारे दोस्तों को मेरी तरफों सलाम है जी। हाँ जी पहुँच रहे हैं जी अपने उस्ताद मोहतरम उन्होंने घर असीं पहुँच रहे हैं। हुण तुहाडे नाल इंशाअल्लाह उन्होंने गपशप करवाने हैं। सारे व्यूवर इंशाअल्लाह खुश होणगे। उन्होंने एक्सपीरियंस नाल तुहानू भी कुछ ना कुछ फायदा जरूर होएगा। मैनूं तो बहुत होया, मैं तो उन्होंने को सारा कुछ सीखिया। तो बाकी चलो चलते हैं हुण शाह जी कोल। शाह जी वेलकम जी। अस्सलाम वालेकुम उस्ताद मोहतरम, क्या हाल है? ठीक हो? और सब अच्छा है? चलो माशाअल्लाह। अज उस्ताद मोहतरम असीं तुहाडे कोल जिस वजह तो आए हैं वो साडा टॉपिक है कि तुसीं अपने जिन्ने भी एक्सपीरियंस हैं ना शिकार के हवाले नाल वो तुसीं साडे नाल डिस्कस करने। क्योंकि साडे जिहड़े चैनल ते साडे व्यूअर्स देखण वाले वो इस चीज़ को बड़ा लाइक करते हैं कि जिहड़े पुराने हंटर ने उन्होंने एक्सपीरियंस तो कुछ ना कुछ फायदा उन्होंने मिले। हाँ जी दोस्तों, तो कुछ सवालात पूछते हैं अपने उस्ताद मोहतरम तो उन्होंने एक्सपीरियंस तो फायदा लेंदे हैं असीं। हाँ जी उस्ताद मोहतरम, तुसीं किस एज दे विच यानी हंटिंग दे विच आए हो इस फील्ड च किस तरह यानी? ਤੇ ਸ਼ੁਰੂ ਤੋਂ ਹੀ ਯਾਨੀ ਕਿ ਸਾਡੇ ਵਾਲਿदैन ਨੂੰ ਵੀ ਇਹੀ ਸ਼ੌਕ ਸੀ। ਮਾਸ਼ਾਅੱਲਾ। ਸਾਡੇ ਵਾਲਿਦ ਸਾਹਿਬ ਉਸ ਤੋਂ ਬਾਅਦ ਸਾਡੇ ਦਾਦਾ ਜੀ ਵੀ ਖੇਡਦੇ ਰਹੇ ਨੇ ਇੰਡੀਆ ਵਿੱਚ, ਅੰਮ੍ਰਿਤਸਰ ਵੀ ਸਾਡੇ माशाल्लाह। अच्छा ਉੱਥੇ ਸ਼ਿਮਲਾ ਵਾਲੇ ਪਾਸੇ ਵੀ ਸ਼ਿਕਾਰ ਖੇਡਦੇ माशाल्लाह ਰਹੇ शिमला ਦਾਦਾ ਸਾਡੇ। ब्यूटीफुल एरिया ਹਾਂਜੀ, इंडिया दा। ਬਹੁਤ ਖੂਬਸੂਰਤ इलाका है। ਪਿਆਰਾ ਇਲਾਕਾ ਹੈ ਉਹ। बिल्कुल। ਔਰ ਸਾਨੂੰ ਤਾਂ ਨਹੀਂ ਪਤਾ ਲੇਕਿਨ ਅਸੀਂ ਅਬਾਵਾ ਅਜਦਾਦ ਤੋਂ ਸੁਣਦੇ ਆ ਰਹੇ ਹਾਂ। बिल्कुल बिल्कुल बिल्कुल। ਫਿਰ ਉਸ ਤੋਂ ਬਾਅਦ ਦਾਦਾ ਸਾਡੇ ਵੀ ਉੱਥੇ ਖੇਡਦੇ ਰਹੇ ਨੇ। माशाल्लाह ਫਿਰ माशाल्लाह ਮੇਰੇ ਤਾਇਆ ਜੀ ਸਨ ਸ਼ਫੀ ਸਾਹਿਬ, माशाल्लाह। ਉਹਨਾਂ ਨੂੰ ਬਹੁਤ ਸ਼ੌਕ ਸੀ ਹੰਟਿੰਗ ਦਾ। ਉਹਨਾਂ ਨੇ ਵੀ ਕਾਫੀ ਯਾਨੀ ਕਿ ਸ਼ਿਕਾਰ ਖੇਡਿਆ ਹੈ। माशाल्लाह ਬਿਗ ਹੰਟਿੰਗ ਵੀ ਉਹਨਾਂ ਨੇ ਕੀਤੀ ਹੈ ਲੇਕਿਨ ਉਸ ਵਕਤ ਸਹੂਲਤਾਂ ਬਹੁਤ ਸੀ, ਸ਼ਿਕਾਰ ਆਮ ਸੀ। ਫਿਰ ਇਸੇ ਤਰ੍ਹਾਂ ਹੀ ਮੇਰੇ ਵਾਲਦ ਸਾਹਿਬ ਜਾਂਦੇ ਸੀ, ਮੈਨੂੰ ਵੀ ਸ਼ੌਕ ਸੀ ਬਹੁਤ ਜ਼ਿਆਦਾ। ਮੈਂ ਵਾਲਦ ਸਾਹਿਬ ਨਾਲ ਜਾਂਦਾ ਹੁੰਦਾ ਸੀ ਸ਼ਿਕਾਰ ਖੇਡਣ। माशाल्लाह। ਇਸ ਤਰ੍ਹਾਂ ਦਾ ਸ਼ਿਕਾਰ ਵੀ ਖੇਡਿਆ ਉਹਨਾਂ ਨਾਲ ਕਾਫੀ। मतलब बिग हंटिंग भी उन्होंने ਬਿਗ ਹੰਟਿੰਗ ਉਹਨਾਂ ਨਾਲ ਤੁਹਾਡੇ ਯਾਨੀ ਉਸਤਾਦ ਮੁਹੰਮਦ ਤੁਹਾਡੇ ਵਾਲਿਦ ਸਾਹਿਬ? ਮੇਰੇ ਵਾਲਦ ਸਾਹਿਬ ਨੇ माशाल्लाह ਬਿਗ ਹੰਟਿੰਗ ਵੀ ਕੀਤੀ ਉਹਨਾਂ ਨੇ। ਉਹ ਖੇਡਦੇ ਹੀ ਆ ਤਿੱਤਰ ਸੀ ਤੇ ਆਵਲੇ ਆ बड़ी गल है माशाल्लाह। ਤੇ 에ਅਰ ਗਨ ਦੀ ਫੀਲਡ 'ਚ ਤੁਸੀਂ 에ਅਰ ਗਨ ਦੀ ਫੀਲਡ ਵਿੱਚ ਮੈਂ ਆਇਆ। ਫਿਰ ਮੇਰੇ ਵਾਲਦ ਸਾਹਿਬ ਫੌਤ ਹੋ ਗਏ। ਫਿਰ ਉਸ ਤੋਂ ਬਾਅਦ ਆਪਣਾ ਕੰਪਨੀ ਕੁਝ ਥੋੜਾ ਬਹੁਤ ਅਸੀਂ ਖੇਡਦੇ ਰਹੇ ਹਾਂ ਲੇਕਿਨ ਮੈਨੂੰ ਨਾ ਸਨਾਈਪਿੰਗ ਦਾ ਜ਼ਿਆਦਾ ਸ਼ੌਕ ਸੀ। ਮਤਲਬ ਬੇਸਿਕਲੀ ਤੁਹਾਡੇ ਮਾਈਂਡ 'ਚ ਇੱਕ ਸਾਈਡ ਸੀ ਕਿ ਸਨਾਈਪਿੰਗ ਨਹੀਂ ਕਰਨੀ ਹੈ। 에ਅਰ ਗਨ ਨਾਲ ਸਨਾਈਪਿੰਗ ਬਹੁਤ ਅੱਛੀ ਹੁੰਦੀ ਹੈ। ਠੀਕ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਮੈਨੂੰ ਸ਼ੌਕ ਪੈ ਗਿਆ। ਮੈਂ ਫਿਰ ਗਨ ਲਈ। ਸਭ ਤੋਂ ਫਸਟ ਗਨ ਕਿਹੜੀ ਤੁਸੀਂ ਫਸਟ ਲਈ? ਗਨ ਮੈਂ ਲਈ ਸੀ ਡਾਇਨਾ 30 ਨਾ ਚਾਈਨਾ ਦੀ ਲਈ ਸੀ ਮੈਂ ਗਨ। ਚਾਈਨੀਜ਼ ਗਨ? ਚਾਈਨਾ ਦੀ ਗਨ ਸੀ। ਠੀਕ ਹੋ ਗਿਆ। ਉਹਦੇ ਨਾਲ ਘੁੱਗੀਆਂ ਮਾਰਦੇ ਰਹੇ ਸ਼ੁਰੂ 'ਚ ਜਾ ਕੇ। ਉਦੋਂ ਇਤਨਾ ਇਹ ਹੁੰਦਾ ਨਹੀਂ ਸੀ, ਸਿੰਪਲੀ ਹੁੰਦਾ ਸੀ ਯਾਨੀ ਕਿ ਮਾਊਂਟਨ ਵਾਲੀ ਉਹਦੇ ਨਾਲ ਓਪਨ ਸਾਈਡ ਸੀ ਯਾਨੀ ਕੋਈ ਸਕੋਪਾਂ ਦਾ ਦੌਰ ਨਹੀਂ ਸੀ। ਸਕੋਪਾਂ ਦਾ ਦੌਰ ਨਹੀਂ ਸੀ ਹੁੰਦਾ। ਅਸੀਂ 30-35 ਯਾਰਡ 50 ਯਾਰਡ ਤੱਕ ਯਾਨੀ ਤੁਸੀਂ ਓਪਨ ਸਾਈਡ ਖੇਡਦੇ ਓਪਨ ਸਾਈਡ ਆ। ਹੁਣ ਤਾਂ ਦੇਖੋ ਓਪਨ ਸਾਈਡ ਨਹੀਂ ਕੋਈ ਸੋਚ ਸਕਦਾ ਕਿ 50 ਯਾਰਡ ਤੇ ਮੈਂ ਖੇਡਾਂ। ਜ਼ਿਆਦਾਤਰ ਨਵੇਂ ਹੰਟਰ ਜਿਹੜੇ ਪੁਰਾਣੇ ਸਾਡੇ ਹੰਟਰ ਉਹ ਤੇ ਮੈਂ ਦੇਖੇ ਜੀ ਕਿ ਬਹੁਤ ਲੌਂਗ ਸ਼ਾਟਾਂ ਜਿਹੜੇ ਓਪਨ ਸਾਈਡ ਨਾਲ ਜੀ ਓਪਨ ਸਾਈਡ ਨਾਲ ਖੇਡਦੇ। ਅਸੀਂ ਤੇ ਫਿਰ ਉਹ ਵੀ ਗੱਲ ਸਾਨੂੰ ਤੇ ਜਦੋਂ ਸਕੋਪ ਸੈੱਟ ਨਾ ਹੋਵੇ ਸਾਨੂੰ ਤਾਂ ਮਜ਼ਾ ਹੀ ਨਹੀਂ ਆਉਂਦਾ। ਇਹ ਤੇ ਚਲੋ ਹੋ ਗਿਆ ਤੁਹਾਡਾ ਐਕਸਪੀਰੀਅੰਸ। ਸਕੋਪ ਲਈ ਉਹ ਛੋਟੀਆਂ ਹੁੰਦੀਆਂ ਨੇ ਸਾਨੂੰ ਪੈਨਸਲ ਟਾਈਪ ਬਰੀਕ ਜਿਹੀਆਂ ਬਿਲਕੁਲ ਫਸਲ ਉਹਨਾਂ ਨਾਲ ਵੀ ਖੇਡਦੇ ਰਹੇ। ਫਿਰ ਹੁਣ ਤੇ ਮਾਸ਼ਾਅੱਲਾ ਹੁਣ ਮੈਂ ਰੱਖੀ ਹੈ ਡਾਇਨਾ 35। ਹਾਂਜੀ। ਕਿੰਨੇ ਅਰਸੇ ਤੋਂ ਤੁਹਾਡੇ ਕੋਲ? ਮੇਰੇ ਕੋਲ ਤਕਰੀਬਨ ਹੁਣ ਕੋਈ 10-11 ਸਾਲ ਹੋ ਗਏ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਉਹਦਾ ਜਿਹੜਾ ਸਪਰਿੰਗ ਹੁੰਦਾ ਉਹ ਕਿੰਨਾ ਅਰਸਾ ਕੱਢ ਜਾਂਦਾ ਯਾਨੀ ਅਗਰ ਤੁਸੀਂ ਸਹੀ ਯੂਜ਼ ਕਰੋ ਤੇ? ਅਗਰ ਸਹੀ ਯੂਜ਼ ਕਰੋ ਤੇ 10-11-12 ਸਾਲ ਕਿਤੇ ਨਹੀਂ ਜਾਂਦਾ ਲੇਕਿਨ ਹੁਣ ਮੈਂ ਉਹਦੇ ਵਿੱਚ ਸਪਰਿੰਗ ਚੇਂਜ ਕਰ ਲਿਆ। ਹੁਣ ਦਾ ਚੇਂਜ ਕੀਤਾ ਤੇ ਕਿੰਨੇ ਦਾ ਤਕਰੀਬਨ ਆ ਜਾਂਦਾ ਉਹਦਾ ਸਪਰਿੰਗ ਅਗਰ ਉਹ ਵੀ ਜਾਏ ਕੁਝ ਮਸਲਾ? ਮੈਂ ਅੱਛਾ ਵਾਲਾ ਮੰਗਵਾਇਆ ਸੀ ਜੀ। ਮੇਰਾ ਹਾਲ 4000 ਰੁਪਏ ਦਾ ਆਇਆ। मतलब 4000 अबव ਇਹਦੇ ਕੁਝ ਲਗਭਗ ਯਾਨੀ ਤਕਰੀਬਨ ਅੱਛਾ ਯਾਨੀ original ਜਰਮਨ ਦਾ ਮਖੌਲ ਉਹਨਾਂ ਦੇ। ਮਾਸ਼ਾਅੱਲਾ ਮਾਸ਼ਾਅੱਲਾ। ਲੇਕਿਨ ਇਹ ਹੈ ਕਿ ਉਹ ਸਪਰਿੰਗ ਲਗਾ ਕੇ ਉਹਦੀ ਪਾਵਰ ਉਹਦਾ ਪ੍ਰੈਸ਼ਰ ਮਤਲਬ ਉਹ ਤੁਹਾਨੂੰ ਜਵਾਨੀ ਉਹਦੇ ਤੇ ਆ ਗਈ ਦੁਬਾਰਾ ਵਾਪਸੀ ਹੋ ਗਈ। ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ। ਉਸ ਤੋਂ ਬਾਅਦ ਖੇਡਿਆ ਸ਼ਿਕਾਰ ਮਾਸ਼ਾਅੱਲਾ। ਘੁੱਗੀਆਂ ਵਗੈਰਾ ਵੀ ਮਾਰ ਲਈ ਦੀ ਕਬੂਤਰ ਸਾਰਾ ਕੁਝ ਯਾਨੀ ਜੋ ਮਤਲਬ ਇੱਕ ਗੇਮ ਬਰਡ ਸਾਡੇ ਹੈ। ਅੱਛਾ ਇੱਕ ਹੋਰ ਵੀ ਸਾਡਾ ਸਦਾ ਮਤਲਬ ਸਵਾਲ ਹੈ ਕਿ ਜਿਹੜਾ ਬੰਗਲਾ ਹੈ ਕਾਫੀ ਦੋਸਤ ਸਵਾਲ ਕਰਦੇ ਨੇ ਕਿ ਹਲਾਲ ਹੈ ਕਿ ਹਰਾਮ ਹੈ, ਤੁਸੀਂ ਇਹਦੇ ਬਾਰੇ 'ਚ ਵੈਸੇ ਜ਼ਾਤੀ ਤੌਰ ਤੇ ਕੀ ਕਹਿੰਦੇ ਹੋ? ਬਗਲਾ ਜਿਹੜਾ ਨਾ ਬਗਲਾ ਇਹ यानी कि मकरूह तहरीमी है। ठीक है, मकरूह तहरीमी हलाल दे करीब तर। हलाल दे करीब तर,
ਠੀਕ ਹੋ ਇਹ ਗਿਆ, ਤੁਸੀਂ ਮਾਸ਼ਾਅੱਲਾ। ਅਗਰ ਤੁਹਾਡਾ ਦਿਲ ਮੁਤਮਈਨ ਹੁੰਦਾ ਖਾ ਸਕਦੇ ਹੋ, ਵਰਨਾ ਖਾ ਸਕਦੇ ਹੋ। ਠੀਕ ਹੋ ਗਿਆ। ਅਗਰ ਤੁਹਾਡਾ ਦਿਲ ਮੁਤਮਈਨ ਨਹੀਂ ਹੁੰਦਾ ਤੇ ਨਹੀਂ। ਇੱਕ ਹੋਰ ਕੁਐਸਚਨ ਮੇਰੇ ਜਹਨ 'ਚ ਹੈ ਕਿ ਤੁਸੀਂ ਮਕਰੂਹ ਤਹਿਰੀਮੀ ਦੀ ਥੋੜੀ ਜਿਹੀ ਸਾਨੂੰ ਦੱਸ ਸਕਦੇ ਹੋ ਕਿ ਹੋਰ ਕਿਹੜੇ ਪਰਿੰਦੇ ਐਸੇ ਨੇ ਜਿਹੜੇ ਇਹਦੇ 'ਚ ਆ ਜਾਂਦੇ ਨੇ ਇਸ ਲਿਸਟ ਦੇ ਵਿੱਚ ਹੀ? ਟਟੀਰੀ ਟਟੀਰੀ ਆ ਗਈ, ਬਗਲਾ ਆ ਗਿਆ, ਠੀਕ ਹੈ, ਤੁਹਾਡੇ ਕਿੰਗ ਸਟਾਰਕ ਆ ਗਏ। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਯਾਨੀ ਕਿ ਇਸ ਤਰ੍ਹਾਂ ਦੀ ਚੀਜ਼ ਜਿਹੜੇ ਉਹ ਪਾਣੀ ਵਿੱਚੋਂ ਚੀਜ਼ਾਂ ਖਾਣ ਪੈਰਾਂ ਨਾਲ, ਇਹ ਸਾਰੇ ਯਾਨੀ ਜਿਤਨੇ ਮਕਰੂਹ ਤਹਿਰੀਮੀ ਮਕਰੂਹ ਤਹਿਰੀਮੀ ਚਾਹੁੰਦੇ ਉਹਦੀ ਲਿਸਟ ਯਾਨੀ ਆ ਜਾਂਦੀ। ਹਾਂਜੀ। ਇਹ ਵੀ ਬੜੇ ਇੱਕ ਸਾਡੇ ਹਾਂਜੀ। ਦੋਸਤੋ ਸਾਰਿਆਂ ਵਾਸਤੇ, ਮੇਰੇ ਵਾਸਤੇ ਵੀ ਇੱਕ ਬੜੀ ਨਵੀਂ ਗੱਲ ਸੀ, ਮੈਨੂੰ ਵੀ ਨਹੀਂ ਸੀ ਇਸ ਚੀਜ਼ ਦੇ ਬਾਰੇ 'ਚ ਨਾ ਇਲਮ। ਤੇ ਇਹ ਹੁੰਦਾ ਉਸਤਾਦਾਂ ਦੀਆਂ ਗੱਲਾਂ, ਇਹਦੇ 'ਚ ਕੁਛ ਨਾ ਕੁਛ ਮਿਲਦਾ ਹੈ ਜਿਹੜੇ ਸੀਨੀਅਰ ਸਾਡੇ ਜਿਹੜੇ ਜਿੰਨੇ ਵੀ ਐਂਟਰ ਨੇ। ਹਾਂਜੀ ਦੋਸਤੋ, ਹੁਣ ਤੁਹਾਨੂੰ ਜਨਾਬ ਉਸਤਾਦ ਮੋਹਤਰਮ ਤੋਂ ਪੁੱਛ ਲਿਆ ਕਿ ਉਹਨਾਂ ਨੇ ਆਪਣੀ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਮੇਰੇ ਕੋਲ ਡਿਆਨਾ 35 ਹੈ ਤਕਰੀਬਨ 10-11 ਸਾਲ ਤੋਂ ਨਾ। ਜੀ ਜੀ। ਤੇ ਉਹਦੇ ਹਵਾਲੇ ਨਾਲ ਅਸੀਂ ਉਹਨਾਂ ਕੋਲ ਪੁੱਛਨੇ ਆ ਕਿ ਉਹਨਾਂ ਨੇ ਕਿਹੜੀ ਸਕੋਪ ਇਹਦੇ ਤੇ ਲਾਈ ਹੈ ਤੇ ਕੀ ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ ਡਿਆਨਾ 35 ਨਾਲ। ਹਾਂਜੀ ਉਸਤਾਦ ਮੋਹਤਰਮ, ਇਹਦੇ ਤੇ ਸਕੋਪ ਤੁਸੀਂ ਕਿਹੜੀ ਜਿਹੜੀ ਫਿੱਟ ਕੀਤੀ ਹੈ? ਮੈਂ ਲਾਈ ਇਹਦੇ ਤੇ ਟਾਸਕੋ ਦੀ। ਟਾਸਕੋ 3940। ਠੀਕ ਹੋ ਗਿਆ। ਤੇ ਕੀ ਕਹਿੰਦੇ ਉਹਦਾ ਰਿਜ਼ਲਟ ਕਿਵੇਂ ਹੈ? ਰਿਜ਼ਲਟ ਐਗਜ਼ੈਕਟ 100%। ਮਤਲਬ ਜਿਹੜੀ ਆਮ ਹੈ ਗੈਮੋਸ਼ਮ ਫੇਲ ਹੋ ਸਕੂਪ ਇਹਦੇ ਮਾਮਲੇ 'ਚ ਇਹਦੇ ਵਿੱਚ ਹਾਂਜੀ ਮਤਲਬ ਇਹ ਬਹੁਤ ਆਲਾ ਹੈ ਉਸ ਤੋਂ। ਪ੍ਰੋਬਲਮ ਇੱਕ ਐਡਵਾਂਟੇਜ ਇਹ ਹੈ ਕਿ ਤੁਸੀਂ ਇਹਨੂੰ ਐਕੂਰੇਟ ਕੀਤਾ ਨਾ, ਓਕੇ, ਔਰ ਉਹ ਪੂਰਾ ਸੀਜ਼ਨ ਤੁਹਾਡਾ ਉਹੀ ਐਕੂਰੇਟ ਚੱਲੇਗਾ। ਉਹ ਜ਼ੀਰੋ ਨਹੀਂ ਆਊਟ ਕਰਦੀ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜ਼ੀਰੋ ਆਊਟ ਨਹੀਂ ਕਰਦੀ। ਯਾਨੀ ਕਿ ਇਹਨੇ ਨਾ ਜ਼ੀਰੋ ਆਊਟ ਨਹੀਂ ਕਰਨਾ ਤੁਹਾਨੂੰ, ਬਾਰ-ਬਾਰ ਬਾਕੀ ਤੇ ਜਿਹੜੀਆਂ ਨੇ ਤਾਂ ਬਾਰ-ਬਾਰ ਤੁਹਾਨੂੰ ਪਤਾ ਉਹ ਇਹ ਓਰੀਜਨਲ ਟਾਸਕੋ ਹੈ, ਓਰੀਜਨਲ। ਮਾਸ਼ਾਅੱਲਾ ਮਾਸ਼ਾਅੱਲਾ। ਆਈ ਥਿੰਕ ਜਰਮਨ। ਪਤਾ ਨਹੀਂ ਮੈਨੂੰ ਇਹਦੇ ਹਵਾਲੇ ਨਾਲ ਉਸ ਦੇ ਮੁੱਦੇ ਪਤਾ, ਲੇਕਿਨ ਇਸ ਤਰ੍ਹਾਂ ਦੀ ਤੁਸੀਂ ਖੁਸੂਸੀਅਤਾਂ ਦੱਸ ਰਹੇ ਹੋ ਨਾ, ਇਹ ਟੋਟਲ ਜਰਮਨ ਵਾਲੀ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਤੇ ਕਿਉਂਕਿ ਇਹਦੇ ਵਿੱਚ ਮੈਨੂੰ ਟੈਲੀਸਕੋਪ ਵੀ ਲਿਆ ਤਕਰੀਬਨ ਮੈਨੂੰ 7-8 ਸਾਲ 8-9 ਸਾਲ ਹੋ ਗਏ। ਮਤਲਬ ਤੁਹਾਡੇ ਕੋਲ 9 ਸਾਲ ਤੋਂ ਸਕੂਲ ਔਰ ਇਹ ਬੜੀ ਗੱਲ ਹੈ ਕਿਉਂਕਿ ਜਿਹੜੀਆਂ ਸਪਰਿੰਗਰ ਵਾਲੀਆਂ ਜਿਹੜੀਆਂ ਗੰਨਾਂ ਨਾ ਉਹਦੇ ਤੇ ਕੋਈ ਵੀ ਸਕੋਪ ਹੈ ਜਿਹੜੀ ਉਹ ਖਲੋਂਦੀ ਨਹੀਂ। ਇੱਕ ਸੀਜ਼ਨ ਮੈਂ ਤਾਂ ਖੁਦ ਯੂਜ਼ ਕੀਤੀ ਹੈ, ਇੱਕ ਸੀਜ਼ਨ ਕੋਈ ਵੀ ਸਕੋਪ ਲਾਓ ਤਾਂ ਮੁੜ ਕੇ ਉਹਦਾ ਜਿਹੜਾ ਰਿਕੁਆਇਰ ਸਿਸਟਮ ਉਹਦੀ ਐਕੂਰੇਸੀ ਖਤਮ। ਲੇਕਿਨ ਇਹ 9 ਸਾਲ ਤੋਂ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਯਾਨੀ ਉੱਥੇ ਫਿਟ ਐਕੂਰੇਸੀ ਵੀ ਨਹੀਂ ਖਰਾਬ ਕਰ ਰਹੀ। ਤੇ ਜ਼ਾਹਿਰੀ ਗੱਲ ਹੈ ਇਹ ਚੀਜ਼ ਹੁੰਦਾ ਅੱਛੀ ਚੀਜ਼ ਕੋਈ ਕੁਆਲਿਟੀ ਦੀ ਲਾਓ, ਕਿਉਂਕਿ ਇਹਨਾਂ 9 ਸਾਲ ਬੜਾ ਟਾਈਮ ਹੁੰਦਾ ਹੈ ਕਿ 9 ਸਾਲ 'ਚ ਬੰਦਾ 36 ਸਕੋਪਾਂ ਚੇਂਜ ਕਰ ਲੈਂਦਾ। ਲੇਕਿਨ ਬੜੀ ਗੱਲ ਹੈ ਮਾਸ਼ਾਅੱਲਾ। ਸੀਜ਼ਨ ਦੇ ਸਟਾਰਟ ਵਿੱਚ ਮੈਂ ਜ਼ੀਰੋ ਕਰਨਾ, ਐਕੂਰੇਟ ਕਰਨਾ ਮਾਸ਼ਾਅੱਲਾ। ਉਸ ਤੋਂ ਬਾਅਦ ਨਹੀਂ ਛੇੜਦਾ ਹੀ ਮੈਂ ਮਤਲਬ ਬਿਲਕੁਲ। ਤੁਸੀਂ ਸੀਜ਼ਨ ਸ਼ੁਰੂ ਹੋਇਆ ਗੰਦ ਬਾਹਰ ਕੱਢੀ ਹੈ ਤੇ ਜ਼ੀਰੋ ਤੇ ਕਿੰਨੇ ਤੇ ਜ਼ੀਰੋ ਕਰ ਰਹੇ ਹੋ? ਤਕਰੀਬਨ ਮੈਂ ਇਹਦੇ ਤੇ 30-40 ਯਾਰਡ 30 ਤੋਂ 40 ਯਾਰਡ ਦੇ ਵਿੱਚ ਤੁਸੀਂ ਇਹਨੂੰ ਸਪਰਿੰਗਰ ਬਣਦਾ ਵੀ ਜਿਹੜੀ ਸਪਰਿੰਗਰ ਜਿੰਨੀਆਂ ਵੀ ਗੱਲਾਂ ਨੂੰ ਇਸੇ ਦੀ ਕਰਨੀਆਂ ਚਾਹੀਦੀਆਂ। ਅੱਜ ਕੱਲ ਤੇ ਨਵੀਆਂ ਗੱਲਾਂ ਬੇਸ਼ੁਮਾਰ ਚੱਲੀਆਂ ਨੇ, PCP ਆ ਗਈਆਂ ਨੇ, ਜਦੀਦ ਟੈਕਨੋਲੋਜੀ ਆ ਗਈ ਹੈ, ਗੱਲਾਂ ਵੀ ਬਹੁਤ ਅੱਛੀਆਂ ਨੇ। ਠੀਕ ਹੈ, ਲੇਕਿਨ ਉਹਦੇ ਵਿੱਚ ਬੜਾ ਸਿਸਟਮ ਹੈ ਪੰਪਿੰਗ ਦਾ, ਮਤਲਬ ਕਾਫੀ ਚੀਜ਼ਾਂ ਯਾਨੀ ਪ੍ਰੋਬਲਮ ਹੁੰਦੀ ਜੀ ਇਸ ਕਿਸਮ ਦੀ ਹੈ। ਜੀ ਜੀ ਠੀਕ ਹੋ ਇਹ ਸਾਡੀ ਪੁਰਾਣੀ ਲੌਂਗ ਲਾਈਫ ਹੈ। ਇਹ ਤਾਂ ਐਨੀ ਬਿਲਕੁਲ ਜੀ ਲੌਂਗ ਲਾਈਫ ਸਪਰਿੰਗਰ ਹੈ ਬਸ। ਲੋਡ ਤੁਸੀਂ ਦੱਸ ਰਹੇ ਹੋ ਤੁਹਾਡੇ ਕੋਲ 10-11 ਸਾਲ ਤੋਂ ਹੈ, ਤੁਸੀਂ ਉਸ ਟਾਈਮ ਕਿੰਨੇ ਦੀ ਲਈ ਸੀ? ਤੁਸੀਂ ਇਹ ਵੀ ਸ਼ੇਅਰ ਕਰੋ। ਉਸ ਟਾਈਮ ਮੈਂ ਲਾਹੌਰ ਤੋਂ ਲਈ ਸੀ ਬਿਲਕੁਲ ਜ਼ੀਰੋ। ਅੱਛਾ, ਪੈਕ ਮਾਸ਼ਾਅੱਲਾ 37,500 ਰੁਪਏ ਦੀ ਲਈ ਸੀ। ਅੱਜ ਤੋਂ ਮਤਲਬ 10-11 ਸਾਲ ਪਹਿਲੇ, 12 ਸਾਲ 10-11 ਸਾਲ 10-11 ਸਾਲ ਪਹਿਲੇ ਦੋਸਤੋ ਹਿਸਾਬ ਲਾਓ ਕਿ ਡਿਆਨਾ 35 ਦੀ ਕੀ ਕੀਮਤ ਸੀ। ਡਿਆਨਾ ਨੇ ਐਵੇਂ ਇੱਕ ਨਾਂ ਨਹੀਂ ਬਣਾਇਆ, ਇੱਕ ਬ੍ਰਾਂਡ ਹੈ ਤੇ ਓਰੀਜਨਲ ਜਰਮਨ ਓਰੀਜਨਲ ਡਿਆਨਾ। ਮਾਸ਼ਾਅੱਲਾ। ਲਾਹੌਰ ਤੁਹਾਨੂੰ ਐਗਜ਼ੈਕਟ ਯਾਦ ਹੈ ਕਿ ਕਿਹੜੀ ਕੋਈ ਸ਼ਾਪ ਦਾ ਨਾਮ ਜਾਂ ਕੋਈ ਇਸ ਕਿਸਮ ਦਾ ਕੋਈ ਹੈ ਯਾਦ? ਸ਼ਾਪ ਸੀ ਆਪਣਾ ਮਾਲ ਰੋਡ ਤੇ ਸੀ। ਅੱਛਾ, ਸ਼ਾਪ ਦਾ ਐਗਜ਼ੈਕਟ ਨਾਮ ਨਹੀਂ ਆ ਰਿਹਾ, ਲੇਕਿਨ ਮਾਲ ਰੋਡ ਤੋਂ ਹੀ ਮਾਲ ਰੋਡ। ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਪੁੱਛਨੇ ਆ ਉਸਤਾਦ ਮੋਹਤਰਮ ਤੋਂ ਤੇ ਕਿਹੜੇ ਐਸੇ ਪੇਲਟਸ ਨੇ ਜਿਹੜੇ ਇਹਦੇ 'ਚ ਯੂਜ਼ ਕਰੋ ਤੇ ਐਕੂਰੇਸੀ ਗੁੱਡ ਆਉਂਦੀ ਹੈ? ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੈ, ਕਿਉਂਕਿ ਹਰ ਬੰਦੇ ਕੋਲ ਪੁਰਾਣੇ ਜਿੰਨੇ ਵੀ ਸਾਡੇ ਐਂਟਰ ਨੇ ਉਹਨਾਂ ਕੋਲ ਜਿਹੜੀ 35 ਦੀ ਬੜੀ ਅੱਛੀ ਅਸੀਂ ਗੱਲਾਂ ਸੁਣੀਆਂ ਕਿ ਬਹੁਤ ਅੱਛੀ ਗੱਲ ਹੈ। ਬਾਕੀ ਹੁਣ ਪੁੱਛਨੇ ਆ ਉਸਤਾਦ ਮੋਹਤਰਮ ਤੋਂ ਕੀ ਕਹਿੰਦਾ। ਹਾਂਜੀ ਉਸਤਾਦ ਮੋਹਤਰਮ, ਇਹਦੇ 'ਚ ਕਿਹੜਾ ਪੇਲਟਸ ਐਸਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਐਕੂਰੇਸੀ ਵਾਈਜ਼ ਬਹੁਤ ਗੁੱਡ ਹੈ? ਐਕੂਰੇਸੀ ਵਾਈਜ਼ ਇਹਦੇ ਵਿੱਚ ਜਿਹੜਾ ਐਕੂਰੇਟ ਹੈ ਨਾ ਬਿਲਕੁਲ ਐਗਜ਼ੈਕਟ ਹੈ, ਉਹ ਹੈ ਮੈਂ ਜਿਹੜਾ ਯੂਜ਼ ਕਰ ਰਿਹਾ ਇਸ ਟਾਈਮ ਉਹ ਹੈ ਡਾਈਬਲੋ ਦੇ। ਡਾਈਬਲੋ ਮਤਲਬ ਮੇਡ ਕਿੱਥੇ ਦਾ ਹੈ? ਮੇਰਾ ਖਿਆਲ ਹੈ 12 ਗ੍ਰਾਮ ਦੇ ਨੇ, ਇਹ ਯੂਕੇ ਦੇ, ਇੰਗਲੈਂਡ, ਯਾਨੀ ਇੰਗਲੈਂਡ ਦੇ ਨੇ। ਇੰਗਲੈਂਡ 12-13 ਗ੍ਰੇਨ 12 ਗ੍ਰਾਮ 14 ਗ੍ਰਾਮ ਦੇ ਛੜਾ, ਲੇਕਿਨ ਉਹਦੇ ਵਿੱਚ ਐਕੂਰੇਸੀ ਉਹਦੀ ਬਹੁਤ ਮਤਲਬ ਬਹੁਤ ਕਮਾਲ ਦੀ ਐਕੂਰੇਸੀ, ਕਮਾਲ ਦੀ ਐਗਜ਼ੈਕਟ ਸਾਰਾ ਮਾਰੀ। ਹਾਂਜੀ ਦੋਸਤੋ, ਤੁਸੀਂ ਸੁਣਿਆ ਕਿ ਜਿਵੇਂ ਅੱਜ ਕੱਲ JSB ਦਾ ਇੱਕ ਨਾਮ ਹੈ ਕਿ ਇਹ ਛਰਾ ਉਹ ਛਰਾ, ਲੇਕਿਨ ਉਸਤਾਦ ਮੋਹਤਰਮ ਕਿਉਂ ਕਹਿ ਰਹੇ ਨੇ ਕਿ ਮੈਂ UK ਦਾ ਹੀ ਛਰਾ ਯੂਜ਼ ਕਰਨਾ ਔਰ ਮੈਂ ਇਹਦੇ 'ਚ ਕੁਛ ਛਰਾ ਯੂਜ਼ ਕੀਤਾ ਹੀ ਨਹੀਂ, ਤੇ ਲਿਹਾਜ਼ਾ ਡੈਬਲੋ ਜਿਹੜਾ ਇਹਦੇ ਵਾਸਤੇ ਬੈਸਟ ਛਰਾ ਹੈ। ਤੇ ਬਾਕੀ ਜਿੰਨੇ ਵੀ ਤੁਸੀਂ 200 ਸੁਣ ਰਹੇ ਹੋ, ਤੁਸੀਂ ਵੀ ਆਪਣਾ ਲਾਜ਼ਮੀ ਕਮੈਂਟ ਦੇ ਵਿੱਚ ਦੱਸਿਓ ਕਿ ਡੈਬਲੋ ਜਿਹੜਾ ਉਹ ਪੀਰੀਅਡਸ ਉਹ ਕੈਸਾ ਹੈ ਦੋਸਤੋ। ਤੇ ਹੁਣ
ਪੁੱਛਨੇ ਆ ਆਪਣੇ ਉਸਤਾਦ ਮੋਹਤਰਮ ਤੋਂ ਕਿ ਇੰਨਾ ਅਰਸਾ ਹੋ ਗਿਆ ਕਿ ਗਨ ਇਹਨਾਂ ਨੇ ਰੱਖੀ ਹੈ ਤੇ ਉਹ ਕਿਵੇਂ ਇਹਦੀ ਮਤਲਬ ਮੇਨਟੇਨੈਂਸ ਵਗੈਰਾ ਔਰ ਇਹਨੂੰ ਮੇਨਟੇਨ ਕਰਕੇ ਰੱਖਦੇ ਨੇ ਉਸਤਾਦ ਮੋਹਤਰਮ ਇਹਦਾ ਕੀ ਤਰੀਕਾ ਕਾਰ ਹੈ? ਜਿਵੇਂ ਸੀਜ਼ਨ ਆਇਆ ਤੁਸੀਂ ਗੇਮ ਮਤਲਬ ਸ਼ੁਰੂ ਕੀਤੀ, ਸੀਜ਼ਨ ਖਤਮ ਹੋ ਗਿਆ, ਫਿਰ ਉਹਨੂੰ ਕਿਵੇਂ ਤੁਸੀਂ ਮਤਲਬ ਰੱਖਦੇ ਹੋ ਜਿਹੜਾ ਆਊਟ ਸੀਜ਼ਨ ਇਹਨੂੰ ਮੈਂ ਦੇਖ ਲਓ ਮੇਰੇ ਕੋਲ 11-12 ਸਾਲ 10-11 ਸਾਲ ਹੋ ਗਏ ਨੇ, ਦੇਖ ਸਕਦੇ ਹੋ ਤੁਸੀਂ ਗਨ ਬਿਲਕੁਲ ਐਕੂਰੇਟ, ਬਰਾਉਨਿੰਗ ਇਹਦੀ ਪਰਫੈਕਟ, हर चीज सही है दी बिल्कुल जी माशाल्लाह। जस्ट फ्यू मिनट्स माशाल्लाह जी माशाल्लाह। ਇਹਦਾ ਕੀ ਮਤਲਬ ਤਰੀਕਾਕਾਰ ਤੁਸੀਂ ਸਾਨੂੰ ਸਾਡੇ ਜਿਹੜੇ ਦੋਸਤ ਨੇ ਉਹਨਾਂ ਨੂੰ ਦੱਸੋ ਕਿ ਉਹਨਾਂ ਨੇ ਵੀ ਕਹਿੰਦਾ ਫਿਰ ਆਊਟ ਸੀਜ਼ਨ ਰੱਖਣੀਆਂ ਹੁੰਦੀਆਂ। ਇੱਕ ਤੇ ਪਤਾ ਸਭ ਤੋਂ ਅੱਛੀ ਜਿਹੜੀ ਅਸੂਲ ਵਾਲੀ ਗੱਲ ਇਹ ਹੁੰਦੀ ਹੈ, ਤੁਸੀਂ ਸ਼ਿਕਾਰ ਖੇਡ ਗਿਆ ਹੋ, ਠੀਕ ਹੈ, ਡਰੈਸ ਬਾਅਦ ਹੀ ਚੇਂਜ ਕਰੋ, ਪਹਿਲੇ ਗਨ ਸਾਫ਼ ਕਰੋ, ਗਨ ਯਾਨੀ ਕਲੀਨ ਰੱਖੋ, ਸਫਾਈ ਕਰੋ, ਠੀਕ ਹੈ, ਫਿਰ ਉਸ ਤੋਂ ਬਾਅਦ ਬੈਕ ਕਰ ਦਿਓ, ਠੀਕ ਹੈ। ਤੇ ਜੋ ਸੀਜ਼ਨ ਆਫ ਹੋ ਜੇ ਮੈਂ ਇਹਨੂੰ WD-40 ਮਾਰਨਾ, ठीक है, ठीक है, सारा साफ सुथरा करके बैरल भी साफ करी दी, ठीक है, W ਇਸੇ ਨਾਲ ਹੀ ਤੁਸੀਂ WD-40 ਮਾਰ ਦੇਈਦਾ, ਠੀਕ ਹੈ। ਉਹਦੇ ਨਾਲ ਇਹ ਹੈ ਕਿ ਰੰਗ ਨਹੀਂ ਪੈਂਦਾ, ਅੱਛਾ, ਸੀਜ਼ਨ ਪੂਰਾ ਫਿਰ ਉਹ ਬੈਗ 'ਚ ਪਾ ਕੇ ਨਾ ਜ਼ਿਪ ਬੰਦ ਕਰਕੇ ਰੱਖ ਦਿੰਦੇ। ਅੱਛਾ ਉਸਤਾਦ ਮੋਹਤਰਮ ਉਹ ਤਾਂ ਗੱਲ ਤੁਹਾਡੀ ਠੀਕ ਹੈ, ਲੇਕਿਨ ਮੈਂ ਇੱਕ ਕਿਸੇ ਜਗ੍ਹਾ ਤੋਂ ਮੈਂ ਪੜ੍ਹ ਰਿਹਾ ਸਾਂ ਔਰ ਮੈਂ ਇੱਕ ਵੀਡੀਓ ਦੇਖ ਰਿਹਾ ਸਾਂ, ਉਹਦੇ 'ਚ ਗੱਲ ਕਰ ਰਿਹਾ ਸੀ ਕਿ WD-40 ਜਿਹੜੀ 40 ਹੈ ਜਿਹੜੀ ਤੁਸੀਂ ਇਹਦੇ ਯੂਜ਼ ਕਰਦੇ ਹੋ ਉਹਦੇ ਨਾਲ ਇਹਦੀਆਂ ਰਿੰਗਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ? ਕੁਝ ਪ੍ਰੋਬਲਮ ਨਹੀਂ ਹੁੰਦੀ। ਕਿ ਉਹ ਸਾਡੇ ਕਹਿੰਦੇ ਨੇ ਕਿ ਇਹਦੇ ਨਾਲ ਸਫਾਈ ਵਾਕਈ ਗੁੱਡ ਹੁੰਦੀ ਹੈ, ਲੇਕਿਨ ਜਿਹੜੀਆਂ ਇਹ ਰਿੰਗਾਂ ਹੁੰਦੀਆਂ ਨੇ ਉਹਨੂੰ ਪ੍ਰੋਬਲਮ ਹੁੰਦੀ ਹੈ। ਕੋਈ ਪ੍ਰੋਬਲਮ ਨਹੀਂ ਹੁੰਦੀ, ਬਿਲਕੁਲ ਸੌਫਟ ਰਹਿੰਦੀ ਹੈ, ਰੰਗ ਨਹੀਂ ਪੈਂਦਾ, ਮਤਲਬ ਕੋਈ ਪੂਰਾ ਸੀਜ਼ਨ ਤੁਸੀਂ ਪੇ ਰਹੇ ਬਈ, ਬੇਸ਼ੱਕ ਅਗਰ ਤੁਸੀਂ 2 ਸਾਲ ਵੀ ਰੱਖਣੀ ਹੈ ਰੱਖ ਦਿਓ ਤੁਸੀਂ, ਕੋਈ ਟੈਨਸ਼ਨ। ਮਤਲਬ ਤੁਸੀਂ ਰਿਕਮੈਂਡ ਕਰਦੇ ਹੋ ਕਿ ਐਗਜ਼ੈਕਟ ਦੇਖ ਲਓ ਮੈਂ ਐਸੇ ਤਰ੍ਹਾਂ ਹੀ ਯੂਜ਼ ਕਰਨਾ ਹੈ, ਯੂਜ਼ ਕੀਤਾ, ਨਿਊ ਹੈ ਬਿਲਕੁਲ, ਉਸ ਤੋਂ ਬਾਅਦ ਮੈਂ 10-11 ਸਾਲ ਪੁਰਾਣੀ ਹੈ, ਲਾਇਆ, ਸਾਫ ਸੁਥਰਾ ਕੀਤਾ, ਬਟ ਨੂੰ ਸਾਫ ਕੀਤਾ, ਬੈਰਲਾਂ ਨੂੰ ਸਾਫ ਕੀਤਾ, ਠੀਕ ਹੋ ਗਿਆ, ਪੈਕ ਕਰਕੇ ਨਾ ਡੱਬੇ 'ਚ ਪਾ ਕੇ ਰੱਖ, ਸੀਜ਼ਨ ਆਇਆ ਬਾਹਰ ਕੱਢੀ, ਮਾਸ਼ਾਅੱਲਾ, ਸਫਾਈ ਕੀਤੀ, ਫਿਰ ਯੂਜ਼ਿੰਗ, ਫਿਰ ਯੂਜ਼ ਬੈਰਲ ਸਾਫ ਕਰਨਾ ਮਸਟ ਹੈ, ਠੀਕ ਹੈ। ਮਤਲਬ ਕਿੰਨੇ ਗਰੂਵਸ ਹੁੰਦੇ ਨੇ ਇਹਦੇ ਵਿੱਚ, ਗਰੂਵਸ ਜਿਹੜੇ ਨੇ ਨਾ ਗਰੂਵਸ, ਠੀਕ ਹੈ, ਜਦੋਂ ਅਸੀਂ ਲੈਡ ਚਲਾਉਂਦੇ ਆ ਲੈਡ ਫਸ ਜਾਂਦਾ ਹੈ, ਲੈਡ ਵਿੱਚ ਉਹ ਕਚਰਾ ਆ ਜਾਂਦਾ ਹੈ, ਉਹਦੇ ਵਿੱਚ ਅਗਰ ਗਰੂਵਸ ਕਲੀਅਰ ਹੋਣਗੇ ਨਾ ਤੁਹਾਡੀ ਗਨ ਦੀ ਐਕੂਰੇਸੀ ਪਰਫੈਕਟ ਹੋਏਗੀ, ਮਾਸ਼ਾਅੱਲਾ। ਅੱਛਾ ਉਹਦੀ ਐਕੂਰੇਸੀ ਗੁੱਡ ਹੋਏਗੀ, ਜ਼ਬਰਦਸਤ ਹੋਏਗੀ, ਐਗਜ਼ੈਕਟ ਹੋਏਗੀ। ਤੁਸੀਂ ਹਰ ਸ਼ਿਕਾਰ ਤੋਂ ਬਾਅਦ ਗਰੂਵਸ ਦੇ ਲਾਜ਼ਮੀ ਇੱਕ ਕੋਈ ਚੀਜ਼ ਐਸੀ ਬਣਾ ਲਓ ਜਿਹੜੀ ਵਿੱਚੋਂ ਸਾਫ਼ ਕਰ ਲਵੇ। ਦੇਖੋ ਨਾ ਹੁਣ ਤੁਸੀਂ ਸੀਜ਼ਨ ਸ਼ੁਰੂ ਹੋਇਆ, ਤੁਸੀਂ ਜਸਟ 2 4 6 ਸ਼ਿਕਾਰ ਖੇਡ ਕੇ ਫਿਰ ਸਾਫ਼ ਕਰਦੇ ਹੋ ਜਾਂ ਹਰ ਸ਼ਿਕਾਰ ਤੋਂ ਬਾਅਦ? ਹਰ ਸ਼ਿਕਾਰ ਤੋਂ ਬਾਅਦ ਮੈਂ ਬੈਰਲ ਲਾਜ਼ਮੀ ਸਾਫ਼ ਕਰਨਾ। ਮਾਸ਼ਾਅੱਲਾ। ਦੇਖੋ ਜੀ ਦੋਸਤੋ, ਕਈ ਦੋਸਤ ਕਹਿੰਦੇ ਨੇ ਕਿ ਇਹਦੇ ਨਾਲ ਤੁਸੀਂ 2000 ਪੀਰੀਅਡ ਚਲਾ ਲਓ, 1000 ਪੀਰੀਅਡ ਚਲਾ ਲਓ, ਫਿਰ ਸਾਫ਼ ਕਰੋ, ਲੇਕਿਨ ਹਰ ਬੰਦੇ ਦਾ ਇੱਕ ਆਪਣਾ ਤਰੀਕਾ ਕਾਰ ਹੈ, ਕਿਉਂਕਿ ਉਹਨਾਂ ਕੋਲ 10-12 ਸਾਲ ਤੋਂ ਇੱਕ ਗਨ ਹੈ, ਉਹਦੇ ਮੁਤਲਕ ਉਹ ਬਿਹਤਰ ਜਾਣਦੇ ਵੀ ਹੈ ਤੇ ਰਿਜ਼ਲਟ ਵੀ ਅੱਛਾ ਦੇ ਰਹੀ ਹੈ ਜੀ। ਪਰ ਅਜੇ ਤੱਕ ਇਹਦਾ ਬਹੁਤ ਅੱਛਾ ਰਿਜ਼ਲਟ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਤੁਹਾਡੇ ਕੋਲ ਇੱਕ ਹੋਰ ਕੁਐਸਚਨ ਕਰਨਾ ਚਾਹੁੰਦਾ ਕਿ ਜਿਹੜੀ ਸਾਡੇ ਉੱਤੇ ਟਰਾਫੀਆਂ ਲੱਗੀਆਂ, ਦੇਖੋ ਨਾ ਜੀ ਉੱਪਰ ਮਾਸ਼ਾਅੱਲਾ ਜਿਹੜੀ ਤੁਸੀਂ ਟਰਾਫੀਆਂ ਬੜੀ ਜ਼ਬਰਦਸਤ, ਇਹਨਾਂ ਦਾ ਇੱਕਦਮ ਸਾਨੂੰ ਤਾਰਫ ਕਰਾਓ ਪਹਿਲੇ ਸਭ ਤੋਂ, ਪਲੱਸ ਸਾਨੂੰ ਇਹ ਦੱਸੋ ਕਿ ਕਿਦੋਂ ਇਹ ਟਰਾਫੀਆਂ ਹੰਟ ਹੋਈਆਂ ਸਨ ਤੇ ਕਿਸ ਤਰ੍ਹਾਂ, ਯਾਨੀ ਇਹਨਾਂ ਦੇ ਬਾਰੇ ਨਾਲ ਥੋੜੀ ਗੱਲਬਾਤ ਸਾਨੂੰ ਦੱਸੋ। ਮੈਂ ਇਹ ਜਿਹੜੀ 2 ਲੱਗੀਆਂ ਨਾ ਟਰਾਫੀਆਂ, ਇਹ ਮੇਰੇ ਵਾਲਿਦ ਸਾਹਿਬ ਨੂੰ ਮਾਰੀਆਂ। ਅੱਛਾ ਤੁਸੀਂ ਉਹਨਾਂ ਦੇ ਨਾਲ ਸੋ ਉਸ ਟਾਈਮ? ਜੀ ਬਿਲਕੁਲ, ਇਹ ਮੇਰਾ ਖਿਆਲ ਹੈ 91 ਜਾਂ 92 ਦੀ ਗੱਲ, ਮਤਲਬ 91 92 ਦੇ ਵਿੱਚ। ਹਾਂਜੀ ਜੇਲਮ ਦੀ ਮਾਰੀਆਂ। ਅੱਛਾ ਇਹ ਜੇਲਮ, ਇਹ ਸਾਡੇ ਜੇਲਮ ਦੇ ਯਾਨੀ ਪਹਾੜਾਂ ਤੋਂ, ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹਨਾਂ ਦਾ ਤਾਰਫ ਥੋੜਾ ਜਿਹਾ ਤੁਸੀਂ ਕਰਾ ਦਿਓ ਤਾਂ ਕਿ ਸਾਡੇ ਜਿਹੜੇ ਜਿੰਨੇ ਵੀ ਨਿਊ ਹੰਟਰ ਉਹਨਾਂ ਨੂੰ ਇਹਨਾਂ ਦਾ ਨਾਮ ਪਤਾ ਹੋਣਾ ਚਾਹੀਦਾ ਜੀ ਕੀ ਹੈ। ਫਸਟ ਤੇ ਸਾਡੇ ਜਿਹੜੇ ਇਧਰ ਤੋਂ ਇਹ ਉਡਿਆਲ ਇਹਨੂੰ ਯਾਨੀ ਕਹਿੰਦੇ ਨੇ, ਹਾਂਜੀ ਠੀਕ ਹੋ ਗਿਆ ਮਾਸ਼ਾਅੱਲਾ। ਇਹ ਸਾਡੇ ਪਹਾੜਾਂ ਵਿੱਚ ਆਮ ਪਾਏ ਜਾਂਦੇ ਨੇ, ਇੱਥੇ ਅਫਜ਼ਾਇਸ਼ਾਂ ਦੀ ਬੜੀ ਮਾਸ਼ਾਅੱਲਾ। ਤੇ ਸੈਕੰਡ ਜਿਹੜਾ ਹੈ, ਹਾਂਜੀ ਇਹ ਵੀ ਉਡਿਆਲ, ਯਾਨੀ ਇਹ ਦੋਨੋਂ ਉਡਿਆਲ ਮਾਸ਼ਾਅੱਲਾ ਮਾਸ਼ਾਅੱਲਾ। ਹੋਰ ਤੁਹਾਡੇ ਕੋਲ ਜਿਹੜਾ ਤੁਹਾਡੇ ਪੁਰਾਣੇ ਜਿਹੜੀਆਂ ਟਰਾਫੀਆਂ ਉਹਨਾਂ ਦਾ ਵੀ ਸਾਡਾ ਤੁਸੀਂ ਕੋਈ ਤਾਰਫ ਕਰਾਇਓ। ਜੀ ਜੀ ਬਿਲਕੁਲ। ਹਾਂਜੀ ਉਸਤਾਦ ਮੁਹਤਰਮ, ਇਹ ਜਿਹੜੀ ਤੁਹਾਡੇ ਕੋਲ ਇੱਕ ਟਰਾਫੀ ਹੈ ਯਾਨੀ ਇਹਨੂੰ ਪਹਿਲੇ ਤੇ ਕੀ ਕਿਹਾ ਜਾਂਦਾ ਹੈ, ਮੈਨੂੰ ਪਹਿਲੇ ਦੱਸੋ। ਇਹ ਜੀ ਆਈਬੈਕਸ ਹੈ। ਆਈਬੈਕਸ, ਠੀਕ ਹੋ ਗਿਆ। ਇਹ ਜ਼ਿਆਦਾਤਰ ਸਾਡੇ ਸਕਰਦੂ, ਗਿਲਗੇ ਤੇ ਮਤਲਬ ਠੰਡੇ ਇਲਾਕਿਆਂ ਦੇ ਵਿੱਚ, ਪਹਾੜਾਂ ਦੇ ਵਿੱਚ ਠੀਕ ਹੋ ਗਿਆ, ਬਹੁਤ ਹਾਈ ਉੱਪਰਲੀਆਂ ਚੋਟੀਆਂ ਚ ਹੁੰਦੇ ਨੇ, ਟੌਪ ਤੇ ਹੁੰਦੇ ਨੇ, ਟੌਪ ਤੇ, ਠੀਕ ਹੋ ਗਿਆ ਮਾਸ਼ਾਅੱਲਾ। ਆਈਬੈਕਸ ਇਹ ਸਾਡੇ ਕਿੰਨਾ ਕੁ ਅਰਸਾ ਪਹਿਲੇ ਯਾਨੀ ਇਹ ਹੰਟ ਹੋਇਆ ਸੀ? ਇਹ ਯਾਨੀ ਕਿ ਤਕਰੀਬਨ ਮੇਰੀ ਹੋਸ਼ ਤੋਂ ਪਹਿਲੇ ਦੀ, ਮਤਲਬ ਤੁਹਾਡੇ ਦਾਦਾ ਜੀ ਯਾਨੀ ਦਾਦਾ ਜੀ ਦੇ ਉਹਨਾਂ ਦੀਆਂ ਟਰਾਫੀਆਂ ਮਾਸ਼ਾਅੱਲਾ। ਵਿਰਸਾ ਨਾ ਜੀ ਦੇਖੋ ਜੀ ਆਪਣਾ ਯਾਨੀ ਉਹਨਾਂ ਨੇ ਸੰਭਾਲ ਕੇ ਰੱਖੀ ਹੈ। ਤੇ ਪਲੱਸ ਸੈਕੰਡ ਉਸ ਨੂੰ ਮਤਲਬ ਪੁੱਛਣਾ ਚਾਹੁੰਦਾ ਸੀ ਕਿ ਇਹ ਉਡਿਆਲ ਹੀ ਹੈ, ਇਹ ਉਡਿਆਲ ਹੀ ਹੈ ਯਾਨੀ, ਇਹ ਉਡਿਆਲ ਮੇਰੇ ਤਾਇਆ ਜੀ ਨੇ ਮਾਰਿਆ ਸੀ ਮਾਸ਼ਾਅੱਲਾ। ਇਹ ਵੀ ਅਬਵ ਯਾਨੀ ਕਾਫੀ ਬਹੁਤ ਟਾਈਮ ਪੁਰਾਣਾ ਯਾਨੀ ਕਿ ਟਰਾਫੀ ਹੈ, ਕਾਫੀ ਪੁਰਾਣਾ। ਪਲੱਸ ਤੀਸਰੇ ਨੰਬਰ ਤੇ ਜਿਹੜਾ ਸਾਡੇ ਕੋਲ ਸਭ ਤੋਂ ਪੁਰਾਣਾ ਇਹਦਾ ਹੈ ਕੀ ਹੈ ਮਕਸਦ ਨਾਮ? ਅੱਛਾ ਇਹ ਮਾਰਖੋਰ ਹੈ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਇਹ ਮਾਰਖੋਰ ਹੈ, ਅਕਸਰ ਕਹਿੰਦੇ ਨੇ ਜੀ ਇਹ, ਲੇਕਿਨ ਇਹ ਵੀ ਬਹੁਤ ਮਤਲਬ ਉੱਚੇ ਪਹਾੜਾਂ ਵਿੱਚ ਹੁੰਦੇ ਨੇ। ਸਕਰਦੂ ਉਹਨੇ ਵੀ ਤੁਹਾਡੇ ਦਾਦਾ ਜੀ ਨੇ ਯਾਨੀ ਹੰਟ ਕੀਤਾ? ਇਹ ਮੇਰੇ ਦਾਦਾ ਦਾ
ਸ਼ਿਕਾਰ ਇੱਕ ਹੈ ਵਾਲਾ, ਮਾਸ਼ਾਅੱਲਾ ਇੱਕ ਹੈ ਆਈਬੈਕਸ, ਇਹ ਉਹਨਾਂ ਦੀ ਨਿਸ਼ਾਨੀ ਹੈ ਸਾਡੀ। ਮਾਸ਼ਾਅੱਲਾ ਬੜੀ ਗੱਲ ਹੈ ਜੀ, ਬੜੀ ਗੱਲ ਹੈ। ਮੈਂ ਤਾਂ ਜੀ ਇਹਨੂੰ ਬਿਲਕੁਲ ਮਾਰਖੋਰ ਹੈ ਜੀ, ਮਾਸ਼ਾਅੱਲਾ ਜ਼ਬਰਦਸਤ ਜੀ। ਤੇ ਇਨਸ਼ਾਅੱਲਾ ਦੇਖਾਂਗੇ ਜੀ, ਲਾਈਵ ਵੀ ਕਿਤੇ ਦੇਖਾਂਗੇ ਮਾਰਖੋਰ। ਇਹ ਕਾਫੀ ਬਹੁਤ ਯਾਨੀ ਕਿ ਦੇਖੋ ਨਹੀਂ ਉਹ ਤੇ ਚੀਜ਼ਾਂ ਅਸੀਂ ਜਿੰਨੀਆਂ ਵੀ ਤੁਹਾਡੀਆਂ ਸ਼ਿਕਾਰ ਦੇ ਹਵਾਲੇ ਨਾਲ ਦੇਖਦੇ ਹਾਂ, ਤੁਸੀਂ ਖੁਸੂਸੀ ਤਵੱਜਾ ਦਿੰਦੇ ਹੋ। ਇਹ ਤੇ ਸਾਡਾ ਮਕਸਦ ਹੈ ਨਾ ਤੁਹਾਡੇ ਵੀਡੀਓ ਦਾ। ਨਿਸ਼ਾਨੀਆਂ ਨੇ ਸਾਡੀ ਮਾਸ਼ਾਅੱਲਾ ਮਾਸ਼ਾਅੱਲਾ। ਵਾਵਾ ਦਾ ਦੀ ਤੇ ਉਹ ਸਾਡੇ ਕੋਲ ਇਸ ਟਾਈਮ ਰੱਖੀਆਂ ਨੇ ਅਸੀਂ। ਚਲੋ ਠੀਕ ਬਸ ਇੱਕ ਦੇਖ ਕੇ ਇੱਕ ਯਾਦ ਆ ਤੁਹਾਡਾ ਬੰਦਾ ਫਰੈਸ਼ ਹੋ ਜਾਂਦਾ ਹੈ। ਨਹੀਂ ਦੇਖੋ ਨਾ ਕਿ ਹੰਟਿੰਗ ਦਾ ਇੱਕ ਸ਼ਜਰਾ ਇੱਕ ਪਿਛੋਂ ਆ ਜਾਂਦਾ ਤੇ ਬਣਾਣੀ ਜਿਹੜੀ ਉਹ ਮੋਰੇ ਦਾ ਸੀ। ਹੋਰ ਕਿਹਦਾ ਫੋਨ ਆਇਆ? ਉਹ ਜੁਨੇਦ ਦਾ ਫੋਨ ਆਇਆ। ਰੈਡੀ। ਹਾਂਜੀ ਦੋਸਤੋ, ਉਸਤਾਦ मोहतरम ਦੀ ਤਰਫੋਂ ਸਾਡੇ ਵਾਸਤੇ ਜਨਾਬ ਲੰਚ ਦਾ ਇੱਕ ਪ੍ਰਬੰਧ ਕੀਤਾ ਗਿਆ ਤੇ ਅੱਲਾ ਖੈਰ ਕਰੇ, ਜਜ਼ਾਕੱਲਾ, ਅੱਲਾ ਪਾਕ ਤੁਹਾਨੂੰ ਹੋਰ ਦੇਵੇ। ਤੁਹਾਡੇ ਕੋਲ ਇੱਕ ਕੁਐਸਚਨ ਇਹ ਹੈ ਕਿ ਜਿਹੜੇ ਸਾਡੇ ਨਵੇਂ ਜਿੰਨੇ ਵੀ 에ਅਰ ਗਨ ਯੂਜ਼ਰ ਨੇ ਐਂਟਰ ਨੇ ਜਿਹੜੇ, ਉਹਨਾਂ ਵਾਸਤੇ ਕੀ ਮਤਲਬ ਤੁਸੀਂ ਸੁਜੈਸਟ ਕਰਦੇ ਹੋ ਕਿ ਬੈਗ ਲਿਮਟ ਦਾ ਖਿਆਲ ਰੱਖੋ ਜਾਂ ਕੁਝ ਵੀ ਐਸੀ ਕੋਈ ਗੱਲ ਜਿਹੜੀ ਉਹਨਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ? ਸਭ ਤੋਂ ਜਿਹੜੀ ਪਹਿਲੀ ਗੱਲ ਹੈ ਨਾ, ਉਹਦੇ ਮੈਂ ਇਹ ਦੱਸਾਂਗਾ ਕਿ ਜਿਹੜਾ ਨਵੇਂ ਐਂਟਰ ਨੇ, ਹਾਂਜੀ ਹਾਂਜੀ, ਜਿਹੜੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇਹ ਕਰਨਾ ਚਾਹੀਦਾ ਕਿ ਆਊਟ ਆਫ ਸੀਜ਼ਨ ਸ਼ਿਕਾਰ ਨਹੀਂ ਖੇਡਣਾ। ਬਰੀਡ ਸੀਜ਼ਨ ਵਿੱਚ ਬੜੀ ਜ਼ਬਰਦਸਤ ਗੱਲ ਕੀਤੀ ਤੁਸੀਂ, ਮਾਸ਼ਾਅੱਲਾ। ਸ਼ਿਕਾਰ ਬਿਲਕੁਲ ਨਹੀਂ ਕਰਨਾ। ਜਿਹੜਾ ਸੀਜ਼ਨ ਹੈ ਇਹਨਾਂ ਦਾ ਪਰਿੰਦਿਆਂ ਦਾ, ਠੀਕ ਹੋ ਗਿਆ। ਹੰਟਿੰਗ ਸੀਜ਼ਨ ਤਕਰੀਬਨ ਨਵੰਬਰ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ। ਤੇ ਮਾਰਚ ਤਕਰੀਬਨ ਮਾਰਚ ਤੱਕ, ਯਾਨੀ ਹਾਫ ਮਾਰਚ ਤੱਕ, 15 ਮਾਰਚ ਤੱਕ 15 ਮਾਰਚ ਖੇਡ ਤੱਕ। ਸਕਦੇ ਹੋ। ਠੀਕ ਹੈ। ਉਸ ਤੋਂ ਬਾਅਦ ਜਿੱਥੇ ਹੀ ਪਰਿੰਦੇ ਹੁੰਦੇ ਨੇ ਇਹਨਾਂ ਦੇ ਜੋੜੇ ਬਣ ਜਾਂਦੇ ਨੇ, ਮੀਟਿੰਗ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਇਸ ਚੀਜ਼ ਦਾ ਸਭ ਤੋਂ ਪਹਿਲੇ ਖਿਆਲ ਰੱਖਣਾ ਹੈ ਠੀਕ ਹੈ ਕਿ ਆਊਟ ਆਫ ਸੀਜ਼ਨ ਸ਼ਿਕਾਰ ਨਹੀਂ ਖੇਡਣਾ। ਓਕੇ ਹੋ ਗਿਆ। ਔਰ ਕੋਸ਼ਿਸ਼ ਕਰਨੀ ਹੈ ਜਿਹੜਾ ਲਿਮਟ ਹੈ, ਬੈਗ ਲਿਮਟ ਯਾਨੀ ਬੈਗ ਲਿਮਟ, ਇੱਕ ਸ਼ਿਕਾਰੀ 10 ਪਰਿੰਦੇ, ਮਤਲਬ ਡਾਵਾ ਮੈਂ ਸਾਡੀ ਡਾਵ ਜਿਹੜੀ 10 ਹੋ ਗਈ। 10 ਹੋ ਗਈ ਟੋਟਲ। ਅਸੂਲਨ ਵਾਈਲਡ ਲਾਈਫ ਦੇ ਕਾਨੂੰਨ ਦੇ ਮੁਤਾਬਕ ਅਗਰ ਤੁਸੀਂ ਮੁਰਗਾਬੀ ਦਾ ਸ਼ਿਕਾਰ ਖੇਡ ਸਕਦੇ ਹੋ ਤਾਂ ਇੱਕ ਸ਼ਿਕਾਰ ਵਿੱਚ 10 ਮੁਰਗਾਬੀਆਂ। ਉਹਦੇ 'ਚ ਵੀ 10 ਹਾਂਜੀ, ਠੀਕ ਇੱਕ ਹੈ। ਤਿੱਤਰ ਦਾ ਸ਼ਿਕਾਰ ਤੁਸੀਂ ਅਗਰ ਖੇਡਣਾ ਹੈ, ਉਹਦੇ ਵਿੱਚ ਬੈਕ ਸਕੋਰ ਜਿਹੜਾ ਨਾ, ਇੱਕ ਸ਼ਿਕਾਰ ਵਿੱਚ 6 ਤਿੱਤਰ ਹੁੰਦੇ ਨੇ। ਇੱਕ ਬੈਗ ਲਿਮਟ ਯਾਨੀ 6 ਯਾਨੀ ਕਿ ਇੱਕ ਗਨ ਦਾ। ਸੌਰੀ ਤੁਹਾਡੀ ਮੈਂ ਗੱਲ ਕਰਦਾ ਕਿ ਇਹ ਜਿਹੜਾ ਅਸੀਂ ਸ਼ੂਟਿੰਗ ਬਣਵਾਉਂਦੇ ਆ ਅਸੀਂ, ਉਹਦੇ 'ਚ ਇਹ ਤਿੱਤਰ ਵਗੈਰਾ ਦੇ ਵਿੱਚ ਹੀ ਆ ਜਾਏਗਾ ਨਾ। ਹਾਂਜੀ, ਮੈਂ ਤਾਂ ਕੁਐਸਚਨ ਕੀਤਾ ਕਿ ਸਾਡੇ ਨਵੇਂ ਜਿੰਨੇ ਵੀ ਇਹਨੂੰ ਕਹਿੰਦੇ ਨੇ ਕਿ ਤਿੱਤਰ ਨਹੀਂ ਆਉਂਦਾ ਜੀ, ਕਈ ਲੋਕ ਮੇਰੇ ਕੁਐਸਚਨ ਕੀਤਾ। ਨਹੀਂ, ਵੈਸੇ ਅਸੂਲਨ ਇਹਨਾਂ ਨੇ ਇੱਕ ਰੱਖਿਆ ਸਿਸਟਮ, 에ਅਰ ਗਨ ਦਾ ਜਿਹੜਾ ਸ਼ੂਟਿੰਗ ਹੈ ਨਾ, ਠੀਕ ਹੈ, ਉਹ ਇਹ ਅਲੱਗਾ ਬਣਾਉਂਦੇ ਸਨ, ਲੇਕਿਨ ਹੁਣ ਤਾਂ ਮੈਨੂੰ ਨਹੀਂ ਪਤਾ ਪਹਿਲੇ, ਲੇਕਿਨ ਪਹਿਲੇ ਇਹ 에ਅਰ ਗਨ ਦਾ ਅਲੱਗਾ ਸ਼ੂਟਿੰਗ ਹੁੰਦਾ ਸੀ। ਠੀਕ ਹੈ। ਇਹ ਗਨ ਯਾਨੀ ਕਿ ਦੂਸਰੀ ਸ਼ਾਰਟ ਗਨ ਵਗੈਰਾ ਮੁਰਗਾਬੀ ਦੀ ਤਰਗੀ ਉਹਨਾਂ ਦਾ ਲੈਣਾ। ਅੱਛਾ ਠੀਕ ਹੈ। ਤੇ ਬਾਕੀ ਇਹ ਕਿ ਮਤਲਬ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਕਿ ਬੈਗ ਲਿਮਟ ਦਾ ਖਾਸ ਤੌਰ ਤੇ ਖਿਆਲ ਰੱਖੋ। ਇੱਕ ਤੇ ਉਹ ਲਿਮਟ ਦਾ ਖਿਆਲ ਰੱਖੋ। ਠੀਕ ਹੋ ਗਿਆ। ਦੂਸਰੇ ਬਰੀਡ ਸੀਜ਼ਨ ਵਿੱਚ ਸ਼ਿਕਾਰ ਨਾ ਕਰੋ। ਬਰੀਡਿੰਗ ਸੀਜ਼ਨ 'ਚ ਬਿਲਕੁਲ ਨਾ ਕਰੋ, ਕਿਉਂਕਿ ਦੇਖੋ ਪਰਿੰਦਾ ਅਫਜ਼ਾਇਸ਼ ਹੋਏਗੀ। ਨੈਕਸਟ ਸੀਜ਼ਨ ਤਾਂ ਹੀ ਤੁਹਾਨੂੰ ਮਿਲੇਗਾ ਨਾ, ਤੁਹਾਨੂੰ ਕੁਝ ਨੈਕਸਟ ਸੀਜ਼ਨ ਤੁਹਾਡੇ ਵਾਸਤੇ ਹੰਟਿੰਗ ਵਾਸਤੇ ਈਜ਼ੀ ਰਹੇਗਾ। ਮਤਲਬ ਸ਼ਿਕਾਰ ਨੂੰ ਸ਼ਿਕਾਰ ਦੇ ਹਵਾਲੇ ਨਾਲ ਸ਼ਿਕਾਰ ਨੂੰ ਸ਼ਿਕਾਰ ਹੀ ਰੱਖੋ। ਬਿਲਕੁਲ, ਸ਼ਿਕਾਰ ਤੁਸੀਂ ਉਹ ਇੱਕ ਉਹ ਨਾ ਬਣਾਓਗੇ ਅਕਸਰ ਸਕੋਰ ਦੇ ਚੱਕਰ ਦੇ ਵਿੱਚ। ਜਿਸ ਤਰ੍ਹਾਂ ਅੱਜ ਕੱਲ ਤੁਸੀਂ ਫੇਸਬੁੱਕ ਤੇ ਦੇਖਦੇ ਹੋ 100 150 ਭੁੱਗੀ ਮਾਰੇ, ਉਹ ਤਾਂ ਬੜੀ ਜ਼ਿਆਦਤੀ ਹੈ। ਉਹ ਜ਼ਿਆਦਤੀ ਹੈ। ਉਸ ਚੀਜ਼ ਨੂੰ ਅਵਾਇਡ ਕਰੋ, ਨਹੀਂ ਕਰੋ ਜੋ ਜ਼ਰੂਰਤ ਹੈ। ਇਹ ਬੜਾ ਬਹੁਤ ਹੁੰਦੀ ਹੈ। ਸਾਡੇ ਜਿੰਨੇ ਵੀ ਵੀਵਰਸ ਨੇ ਉਹਨਾਂ ਵਾਸਤੇ ਇੱਕ ਬੜੀ ਅੱਛੀ ਗੱਲ ਸਾਡੇ ਉਸਤਾਦ मोहतरम ਨੇ ਕੀਤੀ ਹੈ ਕਿ ਬੈਗ ਲਿਮਟ ਦਾ ਖਾਸ ਤੌਰ ਤੇ ਖਿਆਲ ਰੱਖੋ, ਕਿਉਂਕਿ ਬੈਗ ਲਿਮਟ ਦਾ ਖਿਆਲ ਰੱਖੋਗੇ ਤੇ ਨੈਕਸਟ ਸੀਜ਼ਨ ਦੇ ਵਿੱਚ ਤੁਹਾਨੂੰ ਜਿਹੜਾ ਨਾ ਬਰਡਸ ਵੀ ਮਿਲਣਗੇ, ਪਲੱਸ ਇਹ ਤੁਸੀਂ ਮਜ਼ੇ ਨਾਲ ਗੇਮ ਵੀ ਕਰ ਸਕਦੇ ਹੋ। ਅਗਰ ਤੁਸੀਂ 100 150 ਪਰਿੰਦਾ ਮਾਰੋਗੇ ਤੇ ਉਹ ਗਲਤ ਬਾਤ ਹੈ। ਇੱਕ ਤੇ ਉਹ ਕਾਨੂੰਨੀ ਤੌਰ ਤੇ ਵੀ ਨਹੀਂ ਗੁੱਡ, ਵਾਈਲਡ ਲਾਈਫ ਦੇ ਹਵਾਲੇ ਨਾਲ ਵੀ ਕੀ ਖਿਆਲ ਹੈ ਜੀ? ਉਹ ਵੀ ਗਲਤ ਬਾਤ ਹੈ। ਜਿਵੇਂ ਸਾਡਾ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਜੁਰਮ ਵੀ ਹੈ ਤੇ ਜ਼ੁਲਮ ਵੀ ਹੈ ਅੱਲਾਹ ਦੀ ਤਰਫੋਂ। ਦੇਖੋ ਕੋਈ ਵੀ ਅੱਲਾਹ ਦੀ ਜਾਣਦਾ, ਬਿਲकुल जी, हंटिंग करो अच्छा है, लेकिन तरीके ਨਾਲ। ठीक हो गया बड़े अच्छा, शुक्रिया जी। अच्छा टाइम, थैंक्स फॉर योर गुड टाइम।